ਅੱਜ ਦੀਆਂ ਖਬਰਾਂ ਵੱਲ ਚੱਲੀਏ। ਟਾਈਟਲ 42 ਨੂੰ ਲੈ ਕੇ ਜੋ ਇਮੀਗ੍ਰੇਸ਼ਨ ਦਾ ਮੁੱਦਾ ਆ ਤੇ ਡੈਬਟ ਸੀਲਿੰਗ ਨੂੰ ਇਨਕਰੀਜ਼ ਕਰਨ ਦਾ, ਕਰਜ਼ੇ ਨੂੰ ਵਧਾਉਣ ਦਾ ਮੁੱਦਾ, ਇਹ ਇਸ ਵੇਲੇ ਅਮਰੀਕਾ ਦੀ ਸਰਕਾਰ ਦੇ ਦੋ ਮੇਨ ਮੁੱਦੇ ਬਣੇ ਹੋਏ ਆ। ਪਹਿਲੇ ਮੁੱਦੇ ਇਮੀਗ੍ਰੇਸ਼ਨ ਵੱਲ ਚੱਲੀਏ ਤੇ ਜੋ ਮਾਈਗ੍ਰੈਂਟਸ USA ਦੇ ਵਿੱਚ ਐਂਟਰ ਕਰਨਾ ਚਾਹੁੰਦੇ ਆ ਮੈਕਸੀਕੋ ਵਾਲੀ ਸਾਈਡ ਤੋਂ, ਉਹ ਕਹਿੰਦੇ ਵੀ ਜੋ ਕਸਟਮ ਬਾਰਡਰ ਪੈਟਰੋਲ ਏਜੰਟ ਜਾਂ USCIS ਨੇ ਐਪ ਇੱਕ ਦਿੱਤੀ ਸੀ ਵੀ CBP 1 ਐਪ ਆ, ਉਹਦੇ 'ਚ ਤੁਸੀਂ ਰਜਿਸਟਰ ਕਰੋ। ਉਹ ਐਪ ਕੰਮ ਨਹੀਂ ਕਰਦੀ, ਬਹੁਤ ਵਾਰ-ਵਾਰ ਲੋਕਾਂ ਨੂੰ ਟਰਾਈ ਕਰਨਾ ਪੈਂਦਾ ਹੈਗਾ। ਇਹਦੇ ਸੰਬੰਧ ਦੇ ਵਿੱਚ ਇੱਕ ਟੀਵੀ ਚੈਨਲ ਨੇ ਬਹੁਤ ਡਿਟੇਲਡ ਇਨਫੋਰਮੇਸ਼ਨ ਛਾਪੀ ਆ ਵੀ ਕਿਸ ਤਰ੍ਹਾਂ ਲੋਕ ਕਈ ਮਹੀਨਿਆਂ ਤੋਂ ਉੱਥੇ ਖੜੇ ਆ, ਕਈ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਆ ਇਸ ਐਪ ਨੂੰ ਸਾਈਨ ਅਪ ਕਰਨ ਦੇ ਲਈ, ਤੇ ਉਹ ਐਪ ਸਾਈਨ ਨਹੀਂ ਹੋ ਰਹੀ। ਇਸੇ ਤਰ੍ਹਾਂ ਜੀ ਇੱਕ ਪਰਸਨ ਜਿਸ ਦਾ ਨਾਮ ਮਰੀਆ ਦੱਸਿਆ ਗਿਆ ਆ, ਉਹ ਕਹਿੰਦੇ ਵੀ ਜਦੋਂ ਮੈਂ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤੇ ਹਾਲਾਂਕਿ ਮੇਰੀ ਡਾਟਰ ਸਾਰਾ ਹਾਈ ਟੈਕ ਸੈਵੀ ਹੈਗੇ ਆ, ਯੂਜ਼ ਕਰ ਸਕਦੇ ਐਪ ਨੂੰ, ਪਰ ਉਹ ਕੰਮ ਹੀ ਨਹੀਂ ਕਰ ਰਹੀ ਹੈਗੀ ਤੇ ਇਲੀਗਲੀ ਮੈਂ ਕ੍ਰਾਸ ਨਹੀਂ ਕਰਨਾ ਚਾਹੁੰਦੀ, ਕਿਉਂਕਿ ਜੇ ਮੈਂ ਇਲੀਗਲੀ ਕ੍ਰਾਸ ਕਰ ਦਿੱਤਾ US ਬਾਰਡਰ ਤੇ ਮੈਨੂੰ ਡਿਪੋਰਟ ਕੀਤਾ ਜਾ ਸਕਦਾ ਹੈਗਾ। ਜੀ US ਪ੍ਰੈਜ਼ੀਡੈਂਟ ਜੋ ਬਾਈਡਨ ਦੇ ਐਡਮਿਨਿਸਟ੍ਰੇਸ਼ਨ ਉਹਨਾਂ ਨੇ CBP 1 ਐਪ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਸ਼ੁਰੂ ਕੀਤੀ ਸੀ, ਜਿਹਦੇ ਨਾਲ ਕਹਿੰਦੇ ਵੀ ਸੇਫ, ਆਰਡਰਲੀ ਤੇ ਹਿਊਮਨ ਬਾਰਡਰ ਪ੍ਰੋਸੈਸਿੰਗ ਸਿਸਟਮ ਨੂੰ ਕ੍ਰੀਏਟ ਕੀਤਾ ਜਾ ਸਕੇ। ਜਦੋਂ ਤੋਂ ਹੀ ਟਾਈਟਲ 42 ਐਂਡ ਹੋਇਆ, ਜੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਮਿਲਕਸ ਆ, ਉਹਨਾਂ ਨੇ ਕਿਹਾ ਵੀ ਮਈ 11 ਨੂੰ 750 ਦੇ ਕਰੀਬ ਲੋਕਾਂ ਨੇ ਐਪ ਯੂਜ਼ ਕੀਤੀ ਹੈਗੀ, ਕਿਉਂਕਿ ਐਪ ਦਾ ਯੂਜ਼ ਬਹੁਤ ਜ਼ਿਆਦਾ ਹੋ ਰਿਹਾ, ਇਸ ਕਰਕੇ ਉਹ ਸਲੋ ਵੀ ਚੱਲ ਰਹੀ ਹੈਗੀ ਆ। ਜੀ ਪਰ ਲੋਕ ਬਹੁਤ ਜ਼ਿਆਦਾ ਇਸ ਦੇ ਮਾਮਲੇ ਦੇ ਵਿੱਚ ਕਨਫਿਊਜ਼ ਹੋਏ ਪਏ ਹੈਗੇ ਆ। CBP 1 ਐਪ ਦਾ ਮੁੱਦਾ ਇਹ ਹੁਣ ਦਾ ਨਹੀਂ, ਜਦੋਂ ਦੀ ਬਣੀ ਆ ਉਦੋਂ ਤੋਂ ਹੀ ਇਸ ਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਕਹਿ ਸਕਦੇ ਹਾਂ, ਇਹਦੇ ਵਿੱਚ ਕਮੀਆਂ ਪੇਸ਼ੀਆਂ ਸੀਗੀਆਂ, ਐਰਰਸ ਬਗਸ ਬਹੁਤ ਸੀਗੇ। ਜਿਹੜੇ ਮਾਈਗ੍ਰੇਸ਼ਨ ਐਡਵੋਕੇਸੀ ਰਾਈਟਸ ਵਾਲੇ ਆ, ਉਹਨਾਂ ਨੇ ਕਿਹਾ ਵੀ ਇਹ ਸਿਸਟਮ ਇਸ ਟਾਈਮ ਕੰਮ ਨਹੀਂ ਕਰ ਰਿਹਾ। ਇਸ ਮੌਕੇ ਜਦ ਟਾਈਟਲ 42 ਖਤਮ ਹੋ ਚੁੱਕਾ ਆ ਤੇ ਇਹਨਾਂ ਨੇ ਜਿਹੜੀ ਟ੍ਰਾਂਜੀਸ਼ਨ ਬੈਨ ਰੂਲ ਜਿਹੜਾ ਲਾਇਆ ਆ, ਜਿਸ ਦੇ ਉਲਟ ACLU ਨੇ ਇਸ ਟਾਈਮ ਅਦਾਲਤ ਵਿੱਚ ਗਏ ਨੇ, ਜਿਸ ਦੀ ਸੁਣਵਾਈ ਅਜੇ ਹੋਣੀ ਆ ਵੀ ਕੀ ਹੋਊਗਾ, ਵੀ ਇਹ ਟ੍ਰਾਂਜ਼ਿਟ ਬੈਨ ਨੂੰ ਰੋਕਿਆ ਜਾਊਗਾ, ਉਸ ਦੇ ਉੱਤੇ ਰੋਕ ਲੱਗਦੀ ਹੈ ਕਿ ਨਹੀਂ। ਇਹ ਇਸ ਟਾਈਮ ਜਿੱਦਾਂ ਇਹ ਮਰੀਆ ਨੇ ਦੱਸਿਆ ਵੀ ਭਾਈ ਸਾਡੇ ਕੋਲ ਇੱਕ ਹੀ ਇਹ ਚਾਰਾ ਆ ਵੀ ਜਿਹੜਾ ਵੀ ਇਹ CBP 1 ਦੀ ਐਪ ਦੇ ਜ਼ਰੀਏ ਆਉਂਦਾ ਤਾਂ ਤਕਰੀਬਨ ਉਸ ਨੂੰ ਜੇ ਉਸ ਦੀ ਇੰਟਰਵਿਊ ਪਾਸ ਹੁੰਦੀ ਆ ਤਾਂ ਉਹਨੂੰ ਅਮਰੀਕਾ ਦੇ ਵਿੱਚ ਛੱਡਿਆ ਜਾ ਰਿਹਾ ਹੈਗਾ ਆ। ਪਰ ਇਹ ਇੱਕ ਤਾਂ CBP 1 ਐਪ ਆ, ਇਹ ਚੱਲਦੀ ਸਿਰਫ ਬਾਰਡਰ ਦੇ ਨਜ਼ਦੀਕ, ਇਹ ਨਹੀਂ ਹੈ ਵੀ ਆਪਾਂ ਇੱਥੋਂ ਸੈਨੋਜ਼ੇ ਜਾਂ ਫਰੈਜ਼ਨੋ ਜਾਂ ਹੋਰ ਇਲਾਕਿਆਂ ਤੋਂ ਜਿਹੜਾ ਇਸ ਨੂੰ ਚਲਾਇਆ ਜਾਵੇ, ਜਿਹੜੀ ਐਪ ਵਾਲੇ ਇਹ ਕਹਿੰਦੇ ਆ। ਤੇ ਜਿਹੜਾ ਉਧਰਲੇ ਪਾਸੇ ਆ ਰਿਹਾ ਆ, ਉਹਦੇ ਕੋਲ ਕਈ ਵਾਰੀ ਡਾਟਾ ਹੁੰਦਾ ਆ, ਫੋਨ ਹੁੰਦਾ ਆ, ਜੇ ਨਹੀਂ ਹੁੰਦਾ ਤਾਂ ਉਹ ਚੀਜ਼ ਕਰ ਨਹੀਂ ਸਕਦੇ। ਸੋ ਉੱਥੇ ਇੱਕ ਹੋਰ ਮੁਸ਼ਕਲ ਜਿਹੜੀ ਉਹ ਦੂਜੇ ਪਾਸੇ ਆ ਵੀ ਕਿਹੜੀ ਫੋਨ ਚੱਲੂਗਾ, ਕਿਹੜਾ ਨਹੀਂ ਚੱਲੂਗਾ। ਤੇ ਐਰਰ ਬਗਸ ਨੇ ਇਸ ਟਾਈਮ ਕਾਫੀ ਜਿਹੜੀਆਂ ਮੁਸ਼ਕਲਾਂ ਆ ਉਹ ਬਣਾਈਆਂ ਆ। CBS ਨਿਊਜ਼ ਨੇ ਇਸ ਤੋਂ ਪਹਿਲਾਂ ਇਸ ਦੇ ਉੱਤੇ ਕਾਫੀ ਵੱਡੀ ਇੱਕ ਨਿਊਜ਼ ਛਾਪੀ ਸੀਗੀ, ਜਿਸ ਤੋਂ ਬਾਅਦ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਭਾਈ ਜਿਹੜੇ ਲੋਕ ਜ਼ਿਆਦਾ ਇੰਤਜ਼ਾਰ ਕਰ ਰਹੇ ਆ, ਜਿਹੜੇ ਚਿਰ ਤੋਂ ਇੰਤਜ਼ਾਰ ਕਰ ਰਹੇ, ਉਹਨਾਂ ਨੂੰ ਪਹਿਲ ਜਿਹੜੀ ਆ ਉਹ ਦਿੱਤੀ ਜਾਊਗੀ ਇਸ ਐਪ ਦੇ ਉੱਤੇ। ਪਰ ਅਜੇ ਵੀ ਹੁਣ ਕਿਉਂਕਿ ਸਾਰੇ ਜਾਣੇ ਇਹ ਐਪ ਨੂੰ ਵਰਤਣਾ ਚਾਹੁੰਦੇ ਆ, 1000 ਇੰਟਰਵਿਊ ਜਿਹੜੀ ਆ ਉਹ ਇੱਕ ਦਿਨ ਦੇ ਵਿੱਚ ਸਿਰਫ ਦਿੱਤੀ ਜਾਂਦੀ ਆ ਤੇ ਪਰ ਇਸ ਦੇ ਦਰਮਿਆਨ ਇਹ ਐਰਰ ਤੇ ਸਾਰਾ ਕੁਝ ਹੁੰਦਿਆਂ ਕਾਫੀ ਮੁਸ਼ਕਲਾਂ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ। ਸੋ ਟਾਈਟਲ 42 ਦੇ ਖਤਮ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਅਸਾਈਲਮ ਸੀਕਰਸ ਨੇ ਜਾਂ ਬਾਰਡਰ ਦੇ ਉੱਤੇ ਜਿਹੜੇ ਉਹ ਆ ਰਹੇ ਨੇ, ਜਿਹੜੇ ਚਾਹੁੰਦੇ ਆ ਵੀ ਇਲੀਗਲੀ ਜਿਹੜਾ ਹੋ ਜਾਇਆ ਜਾਵੇ, ਉਹਨਾਂ ਦੇ ਲਈ ਇੱਕ ਹਿਸਾਬ ਦੇ ਨਾਲ ਇਹ ਚਾਰਾ ਆ CBP 1, ਪਰ ਇਹ ਚੱਜ ਨਾਲ ਨਹੀਂ ਚੱਲ ਰਹੀ। ਦੇਖੋ ਜਿੰਨੇ ਉੱਦਾਂ ਹੀ ਬਾਰਡਰ ਟੱਪ ਕੇ ਤੇ ਸੇਫਲੀ ਜਿੰਨੇ ਲੰਘ ਜਾਣਾ ਹੁੰਦਾ ਆ, ਜਾਂ ਜਿਹੜਾ ਨਹੀਂ ਫੜਿਆ ਜਾਂਦਾ, ਉਹਦੇ ਲਈ ਟਾਈਟਲ 42 ਹੈਗਾ ਨਹੀਂ ਹੈਗਾ, ਉਹਨੂੰ ਕੋਈ ਬਹੁਤਾ ਮੈਟਰ ਜਿਹੜਾ ਉਹ ਨਹੀਂ ਕਰਦਾ ਹੁੰਦਾ। ਆਉਣਾ ਚਾਹੁੰਦੇ ਨੇ ਸਾਰੇ US ਦੇ ਵਿੱਚ, ਪਰ ਇੱਕ ਜਿਹੜਾ ਆ ਕੇ ਕਹਿੰਦੇ ਹੁੰਦੇ ਸੀਗੇ ਵੀ ਪੇਸ਼ ਹੋ ਜਾਣਾ ਪੋਰਟ ਆਫ ਐਂਟਰੀ ਦੇ ਅਧਿਕਾਰੀਆਂ ਦੇ ਮੂਹਰੇ, ਉਸ ਦੇ ਵਿੱਚ ਹੁਣ ਕਾਫੀ ਮੁਸ਼ਕਲ ਮਾਈਗ੍ਰੈਂਟਸ ਨੂੰ ਆ ਰਹੀ ਹੈਗੀ ਆ। ਜੀ ਬਿਲਕੁਲ। ਇੱਕ ਹੋਰ ਚੀਜ਼ ਉਹਦੇ 'ਚ ਆ ਰਹੀ ਆ, ਜੋ ਐਪ ਆ, ਕਹਿੰਦੇ ਜਦੋਂ ਪਿਕਚਰ ਲੈਂਦੀ ਆ, ਜੇ ਥੋੜਾ ਡਾਰਕ ਕਲਰਡ ਬੰਦਾ ਹੈਗਾ, ਜਿਹਦੀ ਡਾਰਕ ਸਕਿਨ ਆ, ਉਹ ਕਲੀਅਰ ਨਹੀਂ ਆ ਰਹੀ ਹੈਗੀ। ਸੋ ਕਈ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਬੱਗ ਹੈਗੇ ਆ,
ਬਹੁਤ ਸਾਰੇ ਲੋਕ ਕੋਸ਼ਿਸ਼ ਵੀ ਕਰ ਰਹੇ ਆ ਵੀ ਅਸੀਂ ਐਪ ਤੋਂ ਬਿਨਾਂ ਕ੍ਰਾਸ ਕਰ ਦਾਂਗੇ, ਪਰ ਬਹੁਤ ਸਾਰੇ ਡਰ ਵੀ ਰਹੇ ਆ ਵੀ ਜੇ ਅਸੀਂ ਕ੍ਰਾਸ ਕਰ ਗਏ ਸਾਨੂੰ ਰਿਪੋਰਟ ਵੀ ਕੀਤਾ ਜਾ ਸਕਦਾ ਹੈਗਾ ਆ। ਪਰ ਹਜੇ ਜਿਹੜੀ ਐਪ ਆ ਦੇਖੋ ਵੀ ਕਦ ਦੀ ਸ਼ੁਰੂ ਕੀਤੀ ਆ, ਹਜੇ ਤੱਕ ਇਹ ਅਪਡੇਟ ਨਹੀਂ ਹੋਈ। ਬਹੁਤ ਵਾਰ ਜਿਹੜੇ ਗਵਰਨਮੈਂਟ ਦੇ ਕੰਮ ਹੁੰਦੇ ਆ ਉਹ ਇਦਾਂ ਹੀ ਚੱਲਦੇ ਆ। ਦੂਸਰੇ ਪਾਸੇ ਅੱਜ ਜੀਓਪੀ ਨੇ ਮਤਲਬ ਕਿ ਜੋ ਰਿਪਬਲਿਕਨਸ ਆ ਉਹਨਾਂ ਨੇ ਇੱਕ ਪ੍ਰੋਬ ਸ਼ੁਰੂ ਕਰ ਦਿੱਤੀ ਆ ਫੀਮਾ ਦੇ ਅਗੇਂਸਟ। ਕਹਿੰਦੇ ਭਈ ਫੈਡਰਲ ਐਮਰਜੈਂਸੀ ਮੈਨੇਜਮੈਂਟ ਜੋ ਏਜੰਸੀ ਆ ਇਹਨਾਂ ਨੇ ਇਲੀਗਲੀ ਟੈਕਸ ਪੇਅਰ ਦਾ ਮਨੀ ਉਹਨਾਂ ਐਨਜੀਓਜ਼ ਨੂੰ ਦਿੱਤਾ ਜੋ ਇਲੀਗਲ ਇਮੀਗ੍ਰੇਸ਼ਨ ਦੀ ਹੈਲਪ ਕਰ ਰਹੇ ਹੈਗੇ ਆ। ਲਗਭਗ ਹਰ ਇੱਕ ਹਾਊਸ ਓਵਰਸਾਈਟ ਰਿਪਬਲਿਕਨ ਨੇ ਇਸ ਲੈਟਰ ਦੇ ਉੱਤੇ ਸਾਈਨ ਕੀਤੇ ਹੈਗੇ ਆ। ਡਿਜੀਟਲ ਐਕਸਕਲੂਸਿਵਲੀ ਨੇ ਇੱਕ ਲੈਟਰ ਰਿਸੀਵ ਕੀਤਾ ਆ ਓਵਰਸਾਈਟ ਕਮੇਟੀ ਦੇ ਚੇਅਰਮੈਨ ਜੇਮਸ ਕਾਰਨਰ ਜੋ ਰਿਪਬਲਿਕਨ ਹੈ ਕੰਟਕੀ ਤੋਂ, ਗਲੈਨ ਗਰੋਥਮੈਨ ਤੇ ਜੇਕਲਾ ਟਰਨਰ। ਉਹਨਾਂ ਨੇ ਫੀਮਾ ਦੇ ਐਡਮਿਨਿਸਟ੍ਰੇਟਰ ਡੀਆਨ ਕ੍ਰਿਸਬੈਲ ਨੂੰ ਲੈਟਰ ਲਿਖੀ ਆ ਵੀ ਮਿਲੀਅਨਸ ਆਫ ਡਾਲਰ ਲੋਕਾਂ ਦਾ ਜੋ ਟੈਕਸ ਪੇਅਰ ਮਨੀ ਫੀਮਾ ਦੇ ਕੋਲ ਐਮਰਜੈਂਸੀ ਫੂਡ ਤੇ ਸ਼ੈਲਟਰ ਪ੍ਰੋਗਰਾਮ ਕੋਲ ਵੱਖ-ਵੱਖ ਪ੍ਰੋਗਰਾਮਾਂ ਦੇ ਲਈ ਸੀਗਾ, ਉਸ ਨੂੰ ਤੁਸੀਂ ਉਹਨਾਂ ਐਨਜੀਓਜ਼ ਨੂੰ ਦੇ ਦਿੱਤਾ ਜੋ ਸ਼ੈਲਟਰ, ਫੂਡ ਤੇ ਹੋਰ ਸਪੋਰਟਿਵ ਸਰਵਿਸਿਜ਼ ਇਲੀਗਲ ਬਾਰਡਰ ਕ੍ਰਾਸਿੰਗ ਦੇ ਲਈ ਵਰਤਦੇ ਹੈਗੇ ਆ। ਸੋ ਇਹ ਮੁੱਦਾ ਪੋਲੀਟੀਕਲੀ ਵੀ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈਗਾ। ਉੱਦਾਂ ਸਾਡੇ ਏਰੀਏ ਦੇ ਕਾਂਗਰਸਮੈਨ ਰੋ ਖੰਨਾ ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ ਅਸੀਂ ਰਿਪਬਲਿਕਨਸ ਦੇ ਨਾਲ ਗੱਲਬਾਤ ਕਰ ਸਕਦੇ ਹਾਂ, ਕਿਉਂਕਿ ਇਹ ਜੋ ਇਮੀਗ੍ਰੇਸ਼ਨ ਦਾ ਮੁੱਦਾ ਆ ਇਹ ਡੈਮੋਕ੍ਰੇਟਸ ਨੂੰ ਕਾਫੀ ਬੈਕਫਾਇਰ ਇਸ ਟਾਈਮ ਦੇ ਉੱਤੇ ਕਰ ਰਿਹਾ ਹੈਗਾ।